ਅਕਸਰ ਤੁਸੀਂ ਮੇਰੀ ਕਿਤਾਬ ਜਾਂ ਮੇਰੇ ਵੀਡੀਓ ਦੇ ਵਿੱਚ ਸਿੰਗੂਲੈਰਿਟੀ ਦੇ ਬਾਰੇ ਪੜ੍ਹਦੇ ਹੋਵੋਗੇ, ਸੁਣਦੇ ਹੋਵੋਗੇ। ਅੱਜ ਅਸੀਂ ਸਿੰਗੂਲੈਰਿਟੀ ਦੀ ਗੱਲ ਕਰਨੀ ਆ ਤੇ ਜਦੋਂ ਸਿੰਗੂਲੈਰਿਟੀ ਦੀ ਗੱਲ ਹੋਏਗੀ ਤਾਂ ਡੁਅਲਿਟੀ ਦੀ ਵੀ ਨਾਲ ਗੱਲ ਹੋਏਗੀ। ਸਿੱਧੀ ਸਿੱਧੀ ਗੱਲ ਹੈ, ਇਹ ਜੋ ਦੁਨੀਆ ਹੈ, ਇਹ ਜੋ ਵਰਲਡ ਹੈ, ਇਹ ਜੋ ਸ੍ਰਿਸ਼ਟੀ ਹੈ, ਇਹ ਦਵੈਤਵਾਦ ਹੈ। ਇਹ ਦਵੈਤ ਹੈ। ਇਹ ਤੋਂ ਹੀ ਦੇਵੀ ਦੇਵਤੇ ਬਣੇ ਨੇ ਕਿ ਦੇ ਰਹੇ ਨੇ ਦੂਣਾ ਦੂਣ, ਉਹ ਤੋਂ ਦੁਨੀਆ ਬਣਿਆ। ਸੋ ਸਾਰੀ ਜਿਹੜੀ ਸ੍ਰਿਸ਼ਟੀ ਹੈ, ਸਾਰੀ ਜਿਹੜੀ ਮਾਇਆ ਹੈ, ਕਰਤੇ ਦੀ ਜਿਹੜੀ ਕੁਦਰਤ ਹੈ, ਉਹ ਡੁਅਲਿਟੀ ਦੇ ਵਿੱਚ ਹੈ, ਜਿਹਦੇ ਵਿੱਚ ਅਸੀਂ ਜੀ ਰਹੇ ਹਾਂ। ਜਿਹੜੀ ਸਾਡੀ ਦੇਹ ਹੈ, ਇਹ ਮਾਇਆ ਦਾ ਇੱਕ ਸਰੂਪ ਹੈ, ਰੂਪ ਹੈ, ਪਰ ਇਹਦੇ ਅੰਦਰ ਅੰਤਰਜਾਮੀ ਸਾਡਾ ਅਕਾਲ ਪੁਰਖ ਵਿਚਰ ਰਿਹਾ ਹੈ, ਉਹ ਸਿੰਗੂਲੈਰਿਟੀ ਹੈ। ਸੋ ਉਹ ਸਿੰਗੂਲੈਰਿਟੀ ਇੱਕ ਇਸ ਦੂਜੀ ਦੇਹ ਦੇ ਵਿੱਚ ਵਿਚਰ ਰਿਹਾ। ਇਸ ਕਰਕੇ ਅਸੀਂ ਦਵੈਤਵਾਦ ਦੇ ਵਿੱਚ ਜੀ ਰਹੇ ਹਾਂ। ਅਸੀਂ ਸਮਝ ਰਹੇ ਹਾਂ ਦੇਹ ਹੀ ਸਾਡੀ ਹੈ। ਸੋ ਦਵੈਤ ਦਾ ਮਤਲਬ, ਦੂਣੀ ਦਾ ਮਤਲਬ, ਡੁਅਲਿਟੀ ਦਾ ਮਤਲਬ ਹੁੰਦਾ ਹੈ ਦੋ, ਦੂਣਾ। ਤੇ ਇਹ ਜੋ ਸਾਨੂੰ ਦਿਸ ਰਿਹਾ ਹੈ, ਇਹ ਸਾਰੀ ਡੁਅਲਿਟੀ ਆ। ਹੁਣ ਸਿੰਗੂਲੈਰਿਟੀ ਕੀ ਆ? ਹੁਣ ਇੱਦਾਂ ਤਾਂ ਕਦੇ ਹੋ ਨਹੀਂ ਸਕਦਾ ਕਿ ਸਿੱਧਾ ਹੀ 2 3 4 5 ਸ਼ੁਰੂ ਹੋ ਜਾਣ। 2 ਤੋਂ ਪਹਿਲਾਂ ਸੀਰੀਜ਼ ਦੇ ਵਿੱਚ ਨਿਊਮਰਲ ਜਾਂ ਜਿਹੜਾ ਨੰਬਰ ਹੈ ਉਹ 1 ਆਉਂਦਾ ਹੈ। ਜਿਹੜਾ 1 ਨੰਬਰ ਹੈ, 1 + 1 ਫਿਰ 2 ਬਣਦੇ ਨੇ। ਸੋ ਜਿਹੜਾ 1 ਹੈ ਉਹ ਸਿੰਗੂਲੈਰਿਟੀ ਹੈ। ਸੋ ਹਰ ਦੂਣੀ ਦਾ, ਐਵਰੀਥਿੰਗ ਦੈਟ ਇਜ਼ ਡੂਅਲ, ਉਹਦੇ ਪਿੱਛੇ 1 ਵੀ ਉਹਦੇ ਨਾਲ ਹੈ। ਜਿਸ ਤਰ੍ਹਾਂ ਸਾਡਾ ਸਰੀਰ ਹੈ, ਸਾਡੀ ਬੋਡੀ ਹੈ, ਉਹਦੇ ਪਿੱਛੇ ਅਕਾਲ ਪੁਰਖ ਜਿਹੜਾ ਏਕਾ ਆ, ਉਹ ਵੀ ਸਾਡੇ ਨਾਲ ਹੈ। ਸੋ ਏਕੇ ਤੋਂ ਬਿਨਾਂ ਡੁਅਲਿਟੀ ਨਹੀਂ ਹੋ ਸਕਦੀ। ਤੇ ਜਦੋਂ ਇਹ ਸਾਰਾ ਕੁਝ ਸੰਕੋਚ ਹੁੰਦਾ ਆ, ਸੁਖਮਨੀ ਸਾਹਿਬ ਦੇ ਵਿੱਚ ਪੰਕਤੀ ਆਉਂਦੀ ਹੈ ਬੜੀ ਸੁੰਦਰ, ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਕਿ ਜਦੋਂ ਸਾਰਾ ਕੁਝ ਸੰਕੋਚ ਹੋ ਜਾਂਦਾ, ਖਤਮ ਹੋ ਜਾਂਦਾ ਡੁਅਲਿਟੀ ਦੇ ਵਿੱਚੋਂ, ਤਾਂ ਫਿਰ ਕੀ ਰਹਿ ਜਾਂਦਾ? ਏਕ। ਉਹ ਏਕੇ ਦੇ ਵਿੱਚ, ਸਿੰਗੂਲੈਰਿਟੀ ਦੇ ਵਿੱਚ ਜਾ ਚਲੇ ਜਾਂਦਾ ਹੈ। ਹੁਣ ਏਕੇ ਦੀ ਜਿਹੜੀ ਡੈਫੀਨੇਸ਼ਨ ਹੈ, ਉਹ ਸ਼ੁਰੂ ਹੀ ਗੁਰੂ ਗ੍ਰੰਥ ਸਾਹਿਬ ਜਿੱਥੋਂ ਹੀ ਹੁੰਦੀ ਆ, ਇੱਕ ਓੰਕਾਰ। ਏਕੇ ਦੀ ਡੈਫੀਨੇਸ਼ਨ ਹੈ ਸਾਰੀ। ਪਰ ਸਿੰਗੂਲੈਰਿਟੀ ਦੀ ਡੈਫੀਨੇਸ਼ਨ ਕੀ ਆ? ਕਿ ਜਿਹੜੀ ਉਹ ਏਕ ਓੰਕਾਰ ਹੈ, ਸਿੰਗੂਲੈਰਿਟੀ ਹੈ, ਉਹਦਾ ਪਹਿਲਾ ਗੁਣ ਕੀ ਹੈ? ਪਹਿਲਾ ਗੁਣ ਤਾਂ ਇਹ ਹੈ ਕਿ ਉਹ ਸੱਤ ਹੈ। ਜਦੋਂ ਸੱਚ ਤੇ ਝੂਠ ਹੁੰਦੇ ਆ, ਦੋ ਚੀਜ਼ਾਂ, ਸੱਚ ਤਾਂ ਹੁੰਦਾ ਹੈ ਜੇ ਝੂਠ ਦੀ ਵੀ ਨਾਲ ਕੰਪੈਰੀਜ਼ਨ ਹੋਵੇ, ਝੂਠ ਤਾਂ ਹੁੰਦਾ ਜੇ ਉਹਦੇ ਪੈਰਲਲ ਸੱਚ ਵੀ ਹੋਵੇ। ਪਰ ਸੱਤ ਇੱਕ ਇਹੋ ਜਿਹੀ ਅਵਸਥਾ ਹੁੰਦੀ ਆ ਜਿਹਦਾ ਕੋਈ ਕੰਪੈਰੀਜ਼ਨ ਨਹੀਂ ਹੁੰਦਾ, ਔਰ ਸੱਤ ਇੱਕੋ ਹੀ ਚੀਜ਼ ਹੈ। ਸੱਤ ਤੇ ਸੱਚ ਦੇ ਵਿੱਚ ਬਰੀਕ ਜਿੰਨਾ ਫਰਕ ਹੈ ਕਿ ਉਹ ਜਿਹੜੀ ਅਵਸਥਾ ਹੈ ਸਿੰਗੂਲੈਰਿਟੀ ਦੀ, ਉਹ ਸੱਤ ਹੈ, ਉਹਨੂੰ ਤੁਸੀਂ ਝੁਠਲਾ ਨਹੀਂ ਸਕਦੇ। ਉਹਦੇ ਤੋੜ ਦੀ ਦੂਜੀ ਕੋਈ ਅਵਸਥਾ ਹੀ, ਦੂਜੀ ਹੋਊਗੀ ਤਾਂ ਝੂਠਾ ਹੋਊਗਾ। ਦੂਜੀ ਉਹਦੀ ਪ੍ਰੋਪਰਟੀ ਕੀ ਹੈ ਸਿੰਗੂਲੈਰਿਟੀ ਦੀ? ਕਿ ਉਹ ਨਾਮ ਹੈ। ਨਾਮ ਦੀ ਡੈਫੀਨੇਸ਼ਨ ਅਸੀਂ ਕਈ ਵੀਡੀਓ 'ਚ ਦੱਸ ਵੀ ਚੁੱਕੇ ਹਾਂ, ਪੜ੍ਹ ਵੀ ਸਕਦੇ ਹੋ, ਕਿ ਆਪੀ ਨੇ ਆਪ ਸਾਜੀਓ, ਆਪੀ ਨੇ ਰਚੀਓ ਨਾਮ। ਅਕਾਲ ਪੁਰਖ ਨੇ ਜਦੋਂ ਆਪਣੇ ਆਪ ਨੂੰ ਤੋੜਿਆ, ਸਹਿਭੰਗ ਕੀਤਾ, ਤਾਂ ਪਹਿਲੀ ਜਿਹੜੀ ਚੀਜ਼ ਵਾਪਰੀ ਉਹ ਸੀ ਨਾਮ, ਸਾਊਂਡ। ਕਿ ਉਹਦਾ ਇੱਕੋ ਇੱਕ ਨਿਸ਼ਾਨ ਹੈ ਜਿਹੜੀ ਸਾਡੀ ਸੁਰਤ ਸੁਣ ਸਕਦੀ ਆ, ਬਾਕੀ ਜਿਹੜੀਆਂ ਪ੍ਰੋਪਰਟੀਜ਼ ਅਨੁਭਵ ਕਰ ਸਕਦੀ ਆ, ਉਹ ਹੈਗਾ ਨਾਮ, ਕਿ ਉਹ ਸਾਊਂਡ ਹੈ। ਤੀਜੀ ਪ੍ਰੋਪਰਟੀ ਕੀ ਆ? ਕਰਤਾ। ਕਿ ਉਹ ਜਿਹੜੀ ਸਿੰਗੂਲੈਰਿਟੀ ਆ, ਉਹ ਸਾਰੀ ਚੀਜ਼ ਦਾ ਆਧਾਰ ਹੈ। ਕਰਤਾ ਅਸਲ ਦੇ ਵਿੱਚ ਉਹ ਹੈ। ਜੇ ਏਕਾ ਹੈਗਾ ਆ ਤਾਂ ਹੀ ਦੂਣੀ ਬਣ ਸਕਦੀ ਆ। ਜੇ ਏਕਾ ਹੀ ਹੈ ਨਹੀਂ ਤਾਂ ਗਾਂ ਤੋਰੂਗਾ ਕਿੱਦਾਂ ਤੋਰਾ? ਸੋ ਉਹ ਕਰਤਾ ਆ। ਪੁਰਖ, ਪੁਰਖ ਅੱਖਰ ਬਣਿਆ ਪੂਰੇ ਦੀ ਛਾਇਆ ਤੋਂ, ਪੁਰਸ਼ ਤੋਂ, ਪੁਰਛਾਇਆ। ਪੁਰਸ਼ ਬਣਿਆ ਪੁਰਛਾਇਆ ਤੋਂ, ਪੂਰੇ ਕੀ ਛਾਇਆ। ਸੋ ਉੱਥੋਂ ਪੁਰਖ ਅੱਖਰ ਬਣਿਆ। ਸ਼ਸ਼ਾ ਸੰਸਕ੍ਰਿਤ ਦਾ ਤੇ ਖੱਖੇ ਪੈਰ ਬਿੰਦੀ ਪੰਜਾਬੀ ਦੀ ਜਾਂ ਫਾਰਸੀ ਦੀ, ਇਹ ਇੱਕੋ ਹੀ ਮਾਨੇ ਰੱਖਦੇ ਨੇ। ਤੁਸੀਂ ਪੱਟੀ ਚੈਪਟਰ 'ਚ ਪੜ੍ਹ ਸਕਦੇ ਹੋ। ਸੋ ਜਿਹੜਾ ਪੁਰਖ, ਪੁਰਖ ਦਾ ਮਤਲਬ ਹੈ ਕਿ ਇਹ ਜਿਹੜਾ ਸਿੰਗੂਲੈਰਿਟੀ ਆ, ਇਹ ਪੂਰੇ ਦੀ ਛਾਇਆ ਆ। ਇਹ ਅਕਾਲ ਪੁਰਖ ਦੀ ਮਿਰਰ ਕਾਪੀ ਆ, ਔਰ ਪੂਰੀ ਆ ਆਪਣੇ ਆਪ ਦੇ ਵਿੱਚ। ਨਿਰਭਉ, ਉਹ ਨਿਰਭਉ ਹੈ। ਉਹਦੀ ਇੱਕ ਅਵਸਥਾ ਹੈ ਕਿ ਇੱਕ ਹੁੰਦਾ ਭੈ ਡੁਅਲਿਟੀ ਦੇ ਵਿੱਚ, ਇੱਕ ਹੁੰਦਾ ਆ ਭਾਉ।
ਭੈ ਹੁੰਦਾ ਡਰਨਾ, ਇਹਦਾ ਇੱਕ ਪੂਰਾ ਚੈਪਟਰ ਬੁੱਕ 'ਚ ਪੜ੍ਹ ਸਕਦੇ ਹੋ। ਭੈ ਹੁੰਦਾ ਡਰ, ਭਾਉ ਹੁੰਦਾ ਸਤਿਕਾਰ ਰੂਪੀ ਸ਼ਰਧਾ ਵਰਗਾ ਥੋੜਾ ਥੋੜਾ ਡਰ, ਭਾਉ ਸਤਿਕਾਰ ਹੁੰਦਾ ਹੈ। ਪਰ ਕਹਿੰਦੇ ਇਹ ਅਵਸਥਾ ਸਿੰਗੂਲਰਿਟੀ ਦੀ ਉਹ ਆ ਜਾਂਦੀ ਹੈ ਵੀ ਉਹ ਭਾਉ ਵੀ ਨਹੀਂ ਹੁੰਦਾ, ਹੁੰਦਾ ਹੀ ਨਹੀਂ ਕੁਛ, ਨਿਰਭਉ ਹੁੰਦਾ ਹੈ, ਨਿਰਵੈਰ, ਉਸ ਦਾ ਕਿਸੇ ਨਾਲ ਵੈਰ ਨਹੀਂ। ਤੁਸੀਂ ਪੜ੍ਹਦੇ ਹੋਵੋਗੇ ਪੁਰਾਤਨ ਗ੍ਰੰਥਾਂ ਦੇ ਵਿੱਚ ਕਿ ਬਹੁਤ ਵੈਰ ਵਿਰੋਧ ਚੱਲੇ ਆ, ਦੇਵੀ ਦੇਵਤਿਆਂ ਦੀਆਂ, ਰਾਖਸ਼ਾਂ ਦੀਆਂ ਲੜਾਈਆਂ ਚੱਲੀਆਂ। ਸਾਨੂੰ ਇਸੇ ਹੀ ਤਰ੍ਹਾਂ ਸਾਡੇ ਜ਼ਿਹਨ ਦੇ ਵਿੱਚ ਹੈ ਕਿ ਅਸੀਂ ਸਾਮੀ ਧਰਮ ਵੀ ਪੜ੍ਹਦੇ ਹਾਂ, ਜਾਣੀ ਕਿ ਮਿਡਲ ਈਸਟਰਨ ਧਰਮ ਵੀ ਪੜ੍ਹਦੇ ਹਾਂ, ਉੱਥੇ ਵੀ ਪੀਰ ਪੈਗੰਬਰ ਜਿਹੜੇ ਆ ਉਹ ਇੱਕ ਦੂਜੇ ਨਾਲ ਵੈਰ ਵਿਰੋਧ ਦੇ ਵਿੱਚ ਲੜਦੇ ਘੁਲਦੇ ਨੇ। ਪਰ ਜਿਹੜੀ ਇਹ ਹਸਤੀ ਹੈ, ਸਿੰਗੂਲਰਿਟੀ ਹੈ, ਪੁਰਖ ਹੈ, ਇਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ, ਕਿਉਂਕਿ ਵੈਰ ਤਾਂ ਹੋਵੇ ਜੇ ਇਹਦੇ ਕੋਈ ਬਰਾਬਰ ਦਾ ਸ਼ਕਤੀਸ਼ਾਲੀ ਕੋਈ ਹੋਵੇ। ਇਹ ਤਾਂ ਸਿੰਗੂਲਰਿਟੀ ਦੀ ਅਵਸਥਾ ਹੈ। ਸੋ ਇਹ ਸਾਨੂੰ ਪ੍ਰੋਪਰਟੀਜ਼ ਗੁਰੂ ਸਾਹਿਬ ਦੇ ਰਹੇ ਨੇ, ਨਿਰਭਉ, ਨਿਰਵੈਰ, ਅਕਾਲ। ਉਸ ਤੋਂ ਬਾਅਦ ਆ ਜਾਂਦੀ ਅਕਾਲ ਦੀ, ਕਿਉਂ ਹਜੇ ਕਾਲ ਸ਼ੁਰੂ ਨਹੀਂ ਹੋਇਆ ਇੱਥੋਂ, ਹਜੇ ਸਿੰਗੂਲਰਿਟੀ 'ਚ ਹੀ ਆ। ਉਹਨੇ ਆਪਣੀ ਨਿਰੰਕਾਰ ਨੇ ਆਪਣੀ ਇੱਕ ਇਮੇਜ ਬਣਾਈ ਹੈ, ਉਹਨੇ ਆਪਣੀ ਇੱਕ ਮਿਰਰ ਕਾਪੀ ਬਣਾਈ ਹੈ। ਹਜੇ ਸਮਾਂ ਇਹ ਤੋਂ ਬਾਅਦ ਸ਼ੁਰੂ ਹੋਣਾ ਹੈ, ਇਸ ਕਰਕੇ ਇਹ ਹਜੇ ਇਹ ਕਾਲ ਤੋਂ ਬਾਹਰ ਹੀ ਹੈ, ਪਿਛਲੀਆਂ ਹੀ ਗੱਲਾਂ ਨੇ। ਮੂਰਤ, ਮੂਰਤ ਜਿਸ ਤਰ੍ਹਾਂ ਪਹਿਲਾਂ ਕਿ ਇੱਕ ਇਮੇਜ ਬਣੀ ਆ, ਉਹ ਪੂਰੇ ਦੀ ਇਮੇਜ ਹੈ, ਪ੍ਰੋਜੈਕਸ਼ਨ ਹੈ। ਜਿਹੜਾ ਇੱਕ ਸਿੰਗੂਲਰਿਟੀ ਵੀ ਹੈ ਉਹ ਵੀ ਨਿਰੰਕਾਰ, ਜਾਣੀ ਕਿ ਜ਼ੀਰੋ ਦੀ ਤੋਂ ਟੁੱਟ ਕੇ ਇੱਕ ਇਮੇਜ ਬਣੀ ਹੈ, ਉਹ ਜ਼ੀਰੋ ਦੀ ਨਿਰੰਕਾਰ ਦੀ ਹੀ ਇੱਕ ਪ੍ਰੋਜੈਕਸ਼ਨ ਹੈ। ਫਿਰ ਅਜੂਨੀ, ਹੁਣ ਜੋਨੀ ਤਾਂ ਹਜੇ ਬਣੀ ਨਹੀਂ, ਹਜੇ ਤਾਂ ਇਹ ਮੈਕੈਨਿਜ਼ਮ ਬਣਿਆ ਹੀ ਨਹੀਂ, ਇਸ ਕਰਕੇ ਇਹ ਜਿਹੜੀ ਅਵਸਥਾ ਆ ਇਹ ਜੂਨੀ 'ਚ ਨਹੀਂ ਆ ਸਕਦੀ। ਇਹਨੂੰ ਤੁਸੀਂ ਬਣਾ ਨਹੀਂ ਸਕਦੇ, ਇਹਨੂੰ ਤੁਸੀਂ ਇਹ ਬੋਰਨ ਨਹੀਂ ਹੁੰਦੀ, ਇਹਨੂੰ ਤੁਸੀਂ ਮੈਨੀਪੂਲੇਟ ਨਹੀਂ ਕਰ ਸਕਦੇ, ਇਹ ਜੂਨ ਤੋਂ ਬਾਹਰ ਹੈ। ਸੋ ਇਸ ਕਰਕੇ ਇਹ ਜਿਹੜੀ ਅਵਸਥਾ ਸਿੰਗੂਲਰਿਟੀ ਦੀ ਆ, ਇਹ ਸਰਵ ਵਿਆਪੀ ਚੱਲ ਰਹੀ ਹੈ। ਪੈਰਲਲ ਬ੍ਰਹਿਮੰਡਾਂ, ਪੈਰਲਲ ਯੂਨੀਵਰਸਾਂ ਦੇ ਵਿੱਚ ਸਿੰਗੂਲਰਿਟੀ ਦੀ ਅਵਸਥਾ ਰਹਿੰਦੀ ਹੀ ਰਹਿੰਦੀ ਹੈ, ਚਾਹੇ ਉੱਥੇ ਜੂਨ ਹੋਵੇ ਜਾਂ ਨਾ ਹੋਵੇ, ਜਾਂ ਹਜੇ ਤੱਤ ਬਣੇ ਹੋਣ ਜਾਂ ਹਜੇ ਬਣੇ ਹੋਣ। ਇਹ ਅਵਸਥਾ ਨੇ, ਸਿੰਗੂਲਰਿਟੀ ਦੀ ਨੇ ਬੇਸ ਰਹਿਣਾ ਹੀ ਰਹਿਣਾ ਹੈ। ਉਸ ਤੋਂ ਬਾਅਦ ਸਹਿਭੰਗ। ਸਹਿਭੰਗ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਇਮੇਜ ਬਣੀ ਆ, ਆਪਣੀ ਨੇ ਆਪ ਸਾਜੀਓ ਆਪੀ ਨੇ ਰਚੀਓ ਨਾਮ, ਇਹ ਜਿਹੜਾ ਵਰਤਾਰਾ ਵਰਤਿਆ ਨਿਰੰਕਾਰ ਤੋਂ ਜ਼ੀਰੋ ਤੋਂ ਇੱਕ ਹੋਣ ਦਾ ਜਿਹੜਾ ਕਾਰਜ ਹੈ, ਇਹ ਕਿਨ ਕੀਤਾ? ਗੁਰੂ ਸਾਹਿਬ ਨੇ ਇਹਦੀ ਪ੍ਰੋਪਰਟੀ ਡਿਸਕ੍ਰਾਈਬ ਕੀਤੀ, ਦੱਸੀ ਹੈ ਕਿ ਇਹ ਸਹਿਭੰਗ ਹੈ, ਇਹ ਆਪਣੀ ਮਰਜ਼ੀ ਨਾਲ ਹੋਇਆ, ਕਿਸੇ ਬਾਹਰਲੇ ਬੰਦੇ ਨੇ ਨਹੀਂ ਕੀਤਾ, ਕਿਸੇ ਹੋਰ ਸ਼ਕਤੀ ਨੇ ਨਹੀਂ ਕੀਤਾ, ਉਹ ਆਪਣੀ ਮਰਜ਼ੀ ਨਾਲ ਉਹ ਜ਼ੀਰੋ ਤੋਂ ਸਿੰਗੂਲਰਿਟੀ ਦੀ ਅਵਸਥਾ ਦੇ ਵਿੱਚ ਆਇਆ ਹੈ। ਉਸ ਤੋਂ ਬਾਅਦ ਗੁਰ। ਗੁਰ ਕੀ ਹੈ? ਗੁਰ ਦਾ ਮਤਲਬ, ਗੂ ਦਾ ਮਤਲਬ ਹੁੰਦਾ ਗੁਪਤ, ਰੂ ਦਾ ਮਤਲਬ ਹੁੰਦਾ ਰੌਸ਼ਨੀ 'ਚ ਜਾਂ ਜਿਹੜਾ ਮੋਸ਼ਨ ਦੇ ਵਿੱਚ। ਗੁਰ, ਇਹ ਜਿਹੜੀ ਸਿੰਗੂਲਰਿਟੀ ਦੀ ਅਵਸਥਾ ਆ, ਇਹ ਗੁਪਤ ਦੇ ਵਿੱਚ ਵੀ ਵਰਤ ਰਹੀ ਆ ਤੇ ਇਹ ਮੋਸ਼ਨ ਦੇ ਵਿੱਚ ਵੀ ਵਰਤ ਰਹੀ ਆ, ਇਹ ਸ੍ਰਿਸ਼ਟੀ ਦੇ ਵਿੱਚ ਵੀ ਵਰਤ ਰਹੀ ਹੈ, ਕ੍ਰੀਏਸ਼ਨ ਦੇ ਵਿੱਚ ਵੀ ਵਰਤ ਰਹੀ ਆ। ਸੋ ਇਹ ਗੁਰ ਹੈ, ਇਸ ਨੂੰ ਗੁਰ ਕਹਿੰਦੇ ਨੇ, ਕਈ ਇਸ ਨੂੰ ਨੁਕਤਾ ਕਹਿ ਦਿੰਦੇ ਨੇ, ਉਹ ਥੋੜਾ ਜਿਹਾ ਮੈਨੂੰ ਠੀਕ ਨਹੀਂ ਲੱਗਦਾ। ਪਰ ਗੁਰ ਦੀ ਅਵਸਥਾ ਇਹ ਹੈ ਕਿ ਦੋਨਾਂ ਪਾਸਿਆਂ ਦਾ ਗਿਆਨ, ਜਿਹੜਾ ਦੋਨਾਂ ਪਾਸਿਆਂ ਦੇ ਵਿੱਚ ਵਿਆਪਕਤਾ ਹੈ, ਉਹਦੀ ਪ੍ਰੈਜ਼ੈਂਸ ਹੈ, ਉਸ ਨੂੰ ਗੁਰ ਕਿਹਾ ਜਾਂਦਾ ਹੈ। ਫਿਰ ਜਿਹੜੀ ਆਖਰੀ ਐਂਡ ਮੋਸਟ ਇੰਪੋਰਟੈਂਟ ਜਿਹੜੀ ਆ, ਕਿ ਇਹ ਜਿਹੜੀ ਅਵਸਥਾ ਆ, ਇਹ ਅਚੀਵ ਕਿੱਦਾਂ ਕੀਤੀ ਜਾ ਸਕਦੀ ਹੈ, ਇਸ ਦੀ ਸੋਝੀ ਕਿੱਦਾਂ ਹੋਵੇ, ਇਸ ਨੂੰ ਕੀ ਅਸੀਂ ਲੈ ਸਕਦੇ ਹਾਂ? ਕੀ ਮੈਂ ਤੁਹਾਡੇ ਅੰਦਰ ਇੰਸਟਾਲ ਕਰ ਸਕਦਾ? ਕੀ ਤੁਸੀਂ ਮੇਰੇ ਅੰਦਰ ਇੰਸਟਾਲ ਕਰ ਸਕਦੇ ਆ ਇਹ ਚੀਜ਼? ਮੈਂ ਪਾਸ ਔਨ ਕਰ ਸਕਦਾ? ਗੁਰੂ ਸਾਹਿਬਾਂ ਦੀ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ। ਸਾਡੇ ਜਿਹੜੇ ਗੁਰੂ ਸਾਹਿਬ ਸੀ, ਉਹਨਾਂ ਨੇ ਆਪਣੀ ਘਾਲਣਾ ਘਾਲ ਕੇ, ਉਹਨਾਂ ਨੇ ਆਪਣੇ ਅੰਤਰ ਪ੍ਰਕਾਸ਼ ਕੀਤਾ, ਤੇ ਫਿਰ ਜਿਹੜੇ ਪਹਿਲੇ ਗੁਰੂ ਸਾਹਿਬ ਸੀ, ਉਹਨਾਂ ਨੇ ਦੇਖਿਆ ਕਿ ਭਾਈ ਲਹਿਣਾ ਜੀ ਦੇ ਅੰਦਰ ਇਹ ਚੀਜ਼, ਉਹਨਾਂ ਨੂੰ ਪ੍ਰਸ਼ਾਦ ਮਿਲਿਆ ਆ ਉਹਨਾਂ ਦੀ ਗਾਈਡੈਂਸ ਦੇ ਅੰਦਰ, ਤੇ ਉਹ ਇਸ ਚੀਜ਼ ਦੇ ਧਾਰਨੀ ਨੇ। ਸੋ ਜੇ ਉਹ ਥਾਪ ਸਕਦੇ ਹੁੰਦੇ ਤਾਂ ਉਹ ਆਪਣੇ ਬੱਚਿਆਂ ਦੇ ਅੰਦਰ ਪਾਸ ਔਨ ਕਰਕੇ ਜਾਂਦੇ। ਇਹ ਜਿਹੜੀ ਸਿੰਗੂਲਰਿਟੀ ਦੀ ਅਵਸਥਾ, ਏਕੇ ਦੀ ਅਵਸਥਾ ਆ, ਇਸ ਨੂੰ ਏਕੇ ਦੀ ਅਵਸਥਾ ਜ਼ਿਆਦਾ ਕਹਾਂਗੇ ਪੰਜਾਬੀ ਦੇ ਵਿੱਚ।
ਇਹ ਪ੍ਰਸਾਦ ਦੇ ਰੂਪ 'ਚ ਮਿਲਦੀ ਆ। ਹੁਣ ਅਸੀਂ ਗੁਰੂ ਘਰ ਜਾਂਦੇ ਆ, ਮੰਦਿਰ ਜਾਂਦੇ ਆ, ਉੱਥੋਂ ਦੇ ਜਿਹੜੇ ਪੁਜਾਰੀ ਨੇ ਰੱਖ ਲਓ, ਜਾਂ ਆਪਾਂ ਗੁਰੂ ਸਾਹਿਬ ਹੀ ਰੱਖ ਲਓ, ਅਸੀਂ ਗੁਰੂ ਸਾਹਿਬ ਦੇ ਅੱਗੇ ਭੇਟਾ ਕਰਦੇ ਹਾਂ। ਆਪਾਂ ਚੱਲਦੇ ਹਾਂ 14ਵੀਂ-15ਵੀਂ ਸਦੀ ਦੇ ਵਿੱਚ, ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਜਾਂਦੇ ਹਾਂ, ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਕੋਲ ਜਾਂਦੇ ਹਾਂ, ਅਸੀਂ ਆਪਣੀਆਂ ਭੇਟਾਂ ਲੈ ਕੇ ਜਾਂਦੇ ਹਾਂ, ਉੱਤੇ ਗੁਰੂ ਸਾਹਿਬ ਨੂੰ ਪੇਸ਼ ਕਰਦੇ ਹਾਂ ਜਾਂ ਆਪਣਾ ਸਵਾਲ ਪੁੱਛਦੇ। ਜੇ ਉਹ ਸਾਨੂੰ ਸਾਤੇ ਖੁਸ਼ ਨੇ, ਅਸੀਂ ਉਹਨਾਂ ਤੇ ਮੰਗਦੇ ਹਾਂ, ਹੱਥ ਜੋੜ ਕੇ ਮੰਗਦੇ ਹਾਂ। ਹੁਣ ਅਸੀਂ ਮੰਗ ਸਕਦੇ ਹਾਂ, ਉਹ ਸਾਨੂੰ ਪ੍ਰਸ਼ਾਦ ਦੇਣਾ ਜਾਂ ਨਹੀਂ ਦੇਣਾ ਇਹ ਗੁਰੂ 'ਤੇ ਨਿਰਭਰ ਕਰਦਾ ਹੈ। ਹੋ ਸਕਦਾ ਸਾਨੂੰ ਨਾ ਵੀ ਦੇਣ ਵੀ ਨਹੀਂ, ਹਜੇ ਨਹੀਂ ਦੇਣਾ, ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਧੱਕੇ ਨਾਲ ਨਹੀਂ ਲੈ ਸਕਦੇ ਇਹ ਚੀਜ਼। ਸਾਨੂੰ ਦੂਸਰੇ ਪਾਸਿਓਂ ਇਹ ਪ੍ਰਸ਼ਾਦ ਦੇ ਰੂਪ 'ਚ ਬਣਨੀ ਆ, ਅਸੀਂ ਹੱਥ ਅੱਡ ਕੇ ਇਹ ਚੀਜ਼ ਮੰਗਣੀ ਆ, ਅਸੀਂ ਮੰਗਦੇ ਹੀ ਰਹਿਣਾ ਆ, ਅਸੀਂ ਇਸ ਨੂੰ ਲੋਚਦੇ ਹੀ ਰਹਿਣਾ ਆ। ਉਹ ਕਦੋਂ ਮਿਲੇਗੀ ਇਹ ਦੂਸਰੇ ਪਾਸੇ ਨਿਰੰਕਾਰ ਦੀ ਮਰਜ਼ੀ ਆ ਕਿ ਇਹਨੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਇਹ ਅਵਸਥਾ ਸਾਨੂੰ ਕਦੋਂ ਦੇਣੀ ਆ। ਇਹ ਸਿੰਗੂਲਰਿਟੀ ਦੀ ਡੈਫੀਨੇਸ਼ਨ ਹੈ। 12 ਪ੍ਰੋਪਰਟੀਜ਼ ਨੇ, 12 ਗੁਣ ਨੇ ਸਿੰਗੂਲਰਿਟੀ ਦੇ ਏਕੇ ਦੇ, ਜਿਹੜੇ ਗੁਰੂ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਸਾਨੂੰ ਇਹ ਦਿੱਤੇ ਨੇ। ਔਰ ਹਰ ਬਾਣੀ ਦੇ ਪਹਿਲਾਂ ਇਹ ਜਿਹੜੇ 12 ਨੁਕਤੇ ਨੇ ਸਾਨੂੰ ਰਿਮਾਈਂਡ ਕਰਾਏ ਨੇ। ਇਹੀ ਜਦੋਂ ਅਸੀਂ ਜਪਣੇ ਨੇ, ਮੂਲ ਮੰਤਰ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ। ਇਸ ਮੂਲ ਮੰਤਰ ਦੇ ਜਿਹਨੇ 12 ਪ੍ਰੋਪਰਟੀਜ਼ ਨੂੰ ਜਪ ਲਿਆ, ਆਪਣੇ ਅੰਦਰ ਧਾਰ ਲਿਆ, ਸਮਝ ਲਿਆ, ਬਾਰ-ਬਾਰ ਪੱਕਾ ਕਰ ਲਿਆ ਜਪ ਕੇ, ਉਸ ਨੂੰ ਇਹ ਏਕੇ ਦੀਆਂ 12 ਪ੍ਰੋਪਰਟੀਜ਼ ਪਤਾ ਲੱਗ ਜਾਂਦੀਆਂ ਨੇ। ਉਹਦੇ ਅੰਦਰ ਉਹ ਚੀਜ਼ਾਂ ਪ੍ਰਕਾਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉਹ ਏਕੇ ਦੀ ਲੋਚਨਾ ਕਰਨਾ ਸ਼ੁਰੂ ਕਰ ਦਿੰਦਾ। ਫਿਰ ਉਹਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹ ਨਾਮ ਮਿਲਦਾ ਆ, ਜਿਹੜਾ ਕਿ ਸਿੰਗੂਲਰਿਟੀ ਦੀ ਇੱਕ ਪ੍ਰੋਪਰਟੀ ਹੈ, ਇੱਕ ਨਿਸ਼ਾਨ ਹੈ। ਫਿਰ ਜਦੋਂ ਉਹ ਨਿਸ਼ਾਨ ਮਿਲ ਜਾਂਦਾ, ਫਿਰ ਦਰਗਾਹ ਦੇ ਵਿੱਚ ਥਾਂ ਮਿਲਦਾ ਤੇ ਅਧਿਆਤਮ ਮਾਰਗ ਦਾ ਸਿਖਰ ਹੁੰਦਾ।